ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਕੈਨੇਡੀਅਨ 7 ਦੇ ਨਾਲ। ਖਬਰਾਂ ਦਾ ਬੁਲੇਟਿਨ ਲੈ ਕੇ ਮੈਂ ਹਾਜ਼ਰ ਹੋ ਚੁੱਕੀ ਹਾਂ ਸ਼ੀਤਲ ਠਾਕੁਰ। ਆਓ ਫਿਰ ਇੱਕ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਜੋ ਬਾਈਡਨ ਕੋਰੋਨਾ ਤੇ ਜਲਵਾਯੂ ਤੇ ਚਰਚਾ ਦੇ ਲਈ ਪੋਪ ਫ੍ਰਾਂਸਿਸ ਦੇ ਨਾਲ ਕਰਨਗੇ ਮੁਲਾਕਾਤ। ਬਾਈਡਨ ਨੇ ਭਾਰਤੀ ਅਮਰੀਕੀ ਰਵੀ ਚੌਧਰੀ ਨੂੰ ਪੈਂਟਾਗਨ ਦੇ ਵਿੱਚ ਅਹਿਮ ਅਹੁਦੇ ਦੇ ਲਈ ਕੀਤਾ ਨਾਮਜ਼ਦ। ਅਮਰੀਕਾ ਨੇ ਪਾਕਿਸਤਾਨੀ ਮਨੁੱਖੀ ਤਸਕਰ ਦੀ ਜਾਣਕਾਰੀ ਦੇਣ ਤੇ $20 ਲੱਖ ਦੇ ਇਨਾਮ ਦਾ ਕੀਤਾ ਐਲਾਨ। ਅੱਜ ਪ੍ਰੋਵਿੰਸ ਦੇ QR ਕੋਡ ਦੇ ਵੈਰੀਫਿਕੇਸ਼ਨ ਐਪ ਦਾ ਪ੍ਰਸਾਰ ਕਰ ਸਕਦੇ ਨੇ ਵੋਟ। ਮਹਿੰਗੀਆਂ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼। $1.5 ਮਿਲੀਅਨ ਦੀਆਂ ਦਰਜਨਾਂ ਗੱਡੀਆਂ ਹੋਈਆਂ ਬਰਾਮਦ। ਉਟੂਲ ਦੇ ਖਿਲਾਫ ਮੋਰਚਾ ਖੋਲ੍ਹਣ ਵਾਲੇ ਨੈਸ਼ਨਲ ਕਾਉਂਸਲ ਦੇ ਮੈਂਬਰ ਨੂੰ ਕੀਤਾ ਗਿਆ ਸਸਪੈਂਡ। ਭਾਰਤ ਦੇ ਵਿੱਚ ਹੁਣ ਤੱਕ ਕਰੋਨਾ ਟੀਕਿਆਂ ਦੀਆਂ 97 ਕਰੋੜ ਤੋਂ ਜ਼ਿਆਦਾ ਖੁਰਾਕਾਂ ਦਿੱਤੀਆਂ ਗਈਆਂ। ਮੋਦੀ ਨੇ ਭਾਰਤੀ ਪਾਸਪੋਰਟ ਦੀ ਤਾਕਤ ਵਧਾ ਦਿੱਤੀ, ਕਿਹਾ ਅਮਿਤ ਸ਼ਾਹ ਨੇ। ਜੰਮੂ ਕਸ਼ਮੀਰ ਦੇ ਪੁੰਛ ਦੇ ਵਿੱਚ ਅੱਤਵਾਦੀਆਂ ਦੇ ਨਾਲ ਮੁਕਾਬਲੇ ਦੇ ਦੌਰਾਨ JCO ਸ਼ਹੀਦ, 2 ਜਵਾਨ ਹੋਏ ਜ਼ਖਮੀ। ਮੁੱਦਿਆਂ ਦੇ ਅੜੇ ਰਹਿਣ ਦੇ ਨਾਲ ਸਿੱਧੂ ਦਾ ਸਿਆਸੀ ਤੌਰ ਤੇ ਨੁਕਸਾਨ, ਪਰ ਲੋਕਾਂ ਦੇ ਵਿੱਚ ਮਾਣ। ਦੁਸ਼ਹਿਰੇ ਦੇ ਮੌਕੇ ਤੇ PM ਮੋਦੀ 7 ਨਵੀਆਂ ਰੱਖਿਆ ਕੰਪਨੀਆਂ ਰਾਸ਼ਟਰ ਨੂੰ ਕਰਨਗੇ ਸਮਰਪਿਤ, ਕਰਮਚਾਰੀ ਕਰਨਗੇ ਬਾਈਕਾਟ। ਪੰਜਾਬ ਸਰਕਾਰ ਦੇ ਵੱਲੋਂ ਬਾਰੀ ਰਾਜਾ ਤੋਂ ਪੰਜਾਬ ਦੇ ਵਿੱਚ ਫਸਲ ਲਿਆ ਕੇ ਵੇਚਣ ਤੇ ਪਾਬੰਦੀ। BSF ਦਾ ਦਾਇਰਾ ਵਧਾਉਣ ਤੇ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਨਹੀਂ ਵੱਜਣਾ ਚਾਹੀਦਾ। ਸਿੰਘੂ ਬਾਰਡਰ ਤੇ ਨੌਜਵਾਨ ਦੀ ਬੇਰਹਿਮੀ ਦੇ ਨਾਲ ਹੋਈ ਹੱਤਿਆ, ਹੱਥ ਵੱਢ ਕੇ ਲਾਸ਼ ਬੈਰੀਕੇਡ ਦੇ ਨਾਲ ਲਟਕਾਈ, ਨਿਹੰਗਾ ਤੇ ਦੋਸ਼। ਹੁਣ ਖਬਰਾਂ ਵਿਸਥਾਰ ਨਾਲ। ਉਧਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਇਸ ਮਹੀਨੇ ਦੇ ਅਖੀਰ ਦੇ ਵਿੱਚ ਆਪਣੀ ਵੈਟੀਕਨ ਯਾਤਰਾ ਦੇ ਦੌਰਾਨ ਪੋਪ ਫ੍ਰਾਂਸਿਸ ਦੇ ਨਾਲ ਮੁਲਾਕਾਤ ਅਤੇ ਕੋਰੋਨਾ ਵਾਇਰਸ ਮਹਾਮਾਰੀ ਤੇ ਜਲਵਾਯੂ ਪਰਿਵਰਤਨ ਬੈਠਕਾਂ ਦੇ ਲਈ ਇਟਲੀ ਅਤੇ ਬ੍ਰਿਟੇਨ ਦੇ 5 ਮੈਂਬਰੀ ਯਾਤਰਾ ਤੇ ਜਾਣਗੇ। ਵਾਈਟ ਹਾਊਸ ਦੇ ਮੁਤਾਬਕ ਬਾਈਡਨ ਦੀ ਯੋਜਨਾ ਪੋਪ ਦੇ ਨਾਲ ਬੈਠਕ ਦੇ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ, ਜਲਵਾਯੂ ਸੰਕਟ ਅਤੇ ਗਰੀਬੀ ਵਰਗੇ ਵਿਸ਼ਿਆਂ ਤੇ ਚਰਚਾ ਕਰਨ ਦੀ ਹੈ। ਉਹਨਾਂ ਦੀ ਮੁਲਾਕਾਤ 29 ਅਕਤੂਬਰ ਨੂੰ ਹੋਵੇਗੀ ਅਤੇ ਉਸ ਤੋਂ ਬਾਅਦ ਬਾਈਡਨ ਰੋਮ ਦੇ ਵਿੱਚ ਸਮੂਹ 20 ਦੇ ਨੇਤਾਵਾਂ ਨੂੰ 2 ਦਿਨੀ ਸਿਖਰ ਸੰਮੇਲਨ ਦੇ ਵਿੱਚ ਵੀ ਸ਼ਾਮਲ ਹੋਣਗੇ। ਉਸ ਤੋਂ ਬਾਅਦ ਉਹ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਦੇ ਲਈ ਗਲਾਸਗੋ, ਸਕਾਟਲੈਂਡ ਜਾਣਗੇ। ਇਸ ਸੰਮੇਲਨ ਨੂੰ COP26 ਵੀ ਕਿਹਾ ਜਾ ਰਿਹਾ ਹੈ। ਬਾਈਡਨ ਰੋਮਨ ਕੈਥੋਲਿਕ ਨੇ ਅਤੇ ਉਹ ਅਕਸਰ ਜਨਤਾ ਦੇ ਨਾਲ ਆਪਣੀ ਆਸਥਾ ਦਾ ਜ਼ਿਕਰ ਕਰਦੇ ਨੇ ਅਤੇ ਹਰ ਹਫ਼ਤੇ ਪ੍ਰਾਰਥਨਾ ਦਾ ਹਿੱਸਾ ਵੀ ਲੈਂਦੇ ਨੇ। ਪਰ ਸਮਲਿੰਗੀ ਵਿਆਹ ਅਤੇ ਗਰਭਪਾਤ ਅਧਿਕਾਰਾਂ ਵਰਗੇ ਸਮੂਹਾਂ ਨੂੰ ਸਮਰਥਨ ਸਮੇਤ ਉਹਨਾਂ ਦੇ ਰਾਜਨੀਤਿਕ ਵਿਚਾਰਾਂ ਨੂੰ ਲੈ ਕੇ ਕਈ ਵਾਰ ਉਹਨਾਂ ਨੂੰ ਕੈਥੋਲਿਕ ਚਰਚ ਦੇ ਕੁਝ ਨੇਤਾਵਾਂ ਦੀ ਆਲੋਚਨਾ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਪੋਪ ਦੇ ਨਾਲ ਮੁਲਾਕਾਤ ਦੇ ਦੌਰਾਨ ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਈਡਨ ਆਪਣੇ ਪਤੀ ਦੇ ਨਾਲ ਮੌਜੂਦ ਰਹੇਗੀ। ਉਧਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀਰਵਾਰ ਨੂੰ ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਵਿਖੇ ਭਾਰਤੀ ਮੂਲ ਦੇ ਰਵੀ ਚੌਧਰੀ ਨੂੰ ਅਹਿਮ ਅਹੁਦੇ ਤੇ ਨਾਮਜ਼ਦ ਕਰਨ ਦਾ ਐਲਾਨ ਕੀਤਾ ਹੈ। ਹਵਾਈ ਸੈਨਾ ਦੇ ਸਾਬਕਾ ਅਧਿਕਾਰੀ ਚੌਧਰੀ ਨੂੰ ਹਵਾਈ ਸੈਨਾ ਦੀ ਸਥਾਪਨਾ, ਊਰਜਾ ਤੇ ਵਾਤਾਵਰਣ ਦੇ ਲਈ ਸਹਾਇਕ ਸਕੱਤਰ ਦੇ ਅਹੁਦੇ ਦੇ ਲਈ ਨਾਮਜ਼ਦ ਕੀਤਾ ਗਿਆ। ਪੈਂਟਾਗਨ ਵਿਖੇ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਅਮਰੀਕੀ ਸੈਨੇਟ ਤੋਂ ਉਹਨਾਂ ਦੇ ਨਾਂ ਨੂੰ ਮਨਜ਼ੂਰੀ ਮਿਲਣੀ ਜ਼ਰੂਰੀ ਹੈ। ਚੌਧਰੀ ਇਸ ਤੋਂ ਪਹਿਲਾਂ ਅਮਰੀਕੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਵਿੱਚ ਵੀ ਇੱਕ ਸੀਨੀਅਰ ਕਾਰਜਕਾਰੀ ਦੇ ਵਜੋਂ ਸੇਵਾ ਨਿਭਾ ਚੁੱਕੇ ਨੇ। ਵਾਈਟ ਹਾਊਸ ਦੇ ਵੱਲੋਂ ਜਾਰੀ ਨੌਕਰੀ ਦੀ ਜਾਣ ਪਛਾਣ ਦੇ ਅਨੁਸਾਰ ਉਹ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਵਿਖੇ ਐਡਵਾਂਸਡ ਪ੍ਰੋਗਰਾਮ ਐਂਡ ਇਨੋਵੇਸ਼ਨ ਆਫਿਸ ਆਫ ਕਮਰਸ਼ੀਅਲ ਸਪੇਸ ਦੇ ਡਾਇਰੈਕਟਰ ਸਨ। ਇਸ ਭੂਮਿਕਾ ਦੇ ਵਿੱਚ ਚੌਧਰੀ FAA ਦੇ ਵਪਾਰਕ ਪੁਲਾੜ ਆਵਾਜਾਈ ਮਿਸ਼ਨ ਦੇ ਸਮਰਥਨ ਦੇ ਵਿੱਚ ਉન્નਤ ਵਿਕਾਸ ਅਤੇ ਖੋਜ ਪ੍ਰੋਗਰਾਮਾਂ ਨੂੰ ਚਲਾਉਣ ਦੀ ਜ਼ਿੰਮੇਵਾਰੀ ਸੰਭਾਲਦੇ ਨੇ। ਟਰਾਂਸਪੋਰਟ ਵਿਭਾਗ ਦੇ ਵਿੱਚ ਰਹਿੰਦਿਆਂ ਉਹਨਾਂ ਨੇ ਖੇਤਰ ਅਤੇ ਕੇਂਦਰ ਸੰਚਾਲਨ ਦੇ ਵਿੱਚ ਕਾਰਜਕਾਰੀ ਨਿਰਦੇਸ਼ਕ ਦੇ ਵਜੋਂ ਵੀ ਸੇਵਾ ਨਿਭਾਈ ਹੈ, ਜਿੱਥੇ ਉਹ ਦੇਸ਼ ਭਰ ਦੇ ਵਿੱਚ ਸਥਿਤ 9 ਖੇਤਰਾਂ ਦੇ ਵਿੱਚ ਹਵਾਬਾਜ਼ੀ ਸੰਚਾਲਨ ਦੇ ਵਿੱਚ ਮਦਦ ਦੇਣ ਅਤੇ ਉਸ ਦੇ ਏਕੀਕਰਨ ਦੇ ਲਈ ਜ਼ਿੰਮੇਵਾਰ ਸਨ। ਵਾਈਟ ਹਾਊਸ ਨੇ ਦੱਸਿਆ ਕਿ 1993 ਤੋਂ 2015 ਤੱਕ ਅਮਰੀਕਾ 에ਅਰ ਫੋਰਸ ਦੇ ਵਿੱਚ ਸਰਗਰਮ ਡਿਊਟੀ ਤੇ ਰਹੇ। ਉਹਨਾਂ ਨੇ 에ਅਰ ਫੋਰਸ ਦੇ ਵਿੱਚ ਵੱਖ-ਵੱਖ ਪ੍ਰਕਾਰ ਦੇ ਸੰਚਾਲਨ, ਇੰਜੀਨੀਅਰਿੰਗ ਅਤੇ ਸੀਨੀਅਰ ਕਰਮਚਾਰੀ ਦੇ ਤੌਰ ਤੇ ਵੀ ਸੇਵਾਵਾਂ ਨਿਭਾਈਆਂ। ਬਤੌਰ ਫਲਾਈਟ ਟੈਕਸਟ ਇੰਜੀਨੀਅਰ ਉਹ ਉਡਾਨ ਸੁਰੱਖਿਆ ਤੇ ਦੁਰਘਟਨਾ ਦੀ ਰੋਕਥਾਮ ਦਾ ਸਮਰਥਨ ਕਰਨ ਵਾਲੇ ਹਵਾਈ ਸੈਨਾ ਦੇ ਆਧੁਨਿਕੀਕਰਨ ਪ੍ਰੋਗਰਾਮਾਂ ਦੇ ਲਈ ਫੌਜੀ ਹਵਾਬਾਜ਼ੀ ਅਤੇ ਹਾਰਡਵੇਅਰ ਦੇ ਉਡਾਨ ਪ੍ਰਮਾਣੀਕਰਨ ਦੇ ਲਈ ਵੀ ਜ਼ਿੰਮੇਵਾਰ ਸਨ। ਵਾਈਟ ਹਾਊਸ ਦੀ ਰਿਪੋਰਟ ਦੇ ਅਨੁਸਾਰ ਆਪਣੇ ਕੈਰੀਅਰ ਦੇ ਸ਼ੁਰੂਆਤੀ ਸਮੇਂ ਦੇ ਵਿੱਚ ਉਹਨਾਂ ਨੇ ਗਲੋਬਲ ਪੋਜੀਸ਼ਨ ਸਿਸਟਮ ਦੇ ਲਈ ਪੁਲਾੜ ਲਾਂਚ ਆਪਰੇਸ਼ਨ ਦੇ ਵਿੱਚ ਸਹਿਯੋਗ ਕੀਤਾ ਅਤੇ ਪਹਿਲੇ GPS ਤਾਰਾਮੰਡਲ ਦੀ ਪੂਰੀ ਕਾਰਜਸ਼ੀਲ ਸਮਰੱਥਾ ਨੂੰ ਯਕੀਨੀ ਕਰਨ ਦੇ ਲਈ ਇਸ ਦੇ ਤੀਜੇ ਪੜਾਅ ਅਤੇ ਉਡਾਨ ਸੁਰੱਖਿਆ ਗਤੀਵਿਧੀਆਂ ਦੀ ਵੀ ਅਗਵਾਈ ਕੀਤੀ ਹੈ। ਉਹਨਾਂ ਨੇ ਨਾਸਾ ਦੇ ਪੁਲਾੜ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਨਾਸਾ ਦੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਵਿੱਚ ਸਿਸਟਮ ਇੰਜੀਨੀਅਰ ਦੇ ਵਜੋਂ ਸੇਵਾ ਨਿਭਾਈ। ਉਹਨਾਂ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਪ੍ਰਸ਼ਾਸਨ ਦੌਰਾਨ ਏਸ਼ੀਅਨ ਅਮਰੀਕੀ ਅਤੇ ਪ੍ਰਸ਼ਾਂਤ ਟਾਪੂ ਸਮੂਹ ਤੇ ਸਲਾਹਕਾਰ ਕਮਿਸ਼ਨ ਦੇ ਮੈਂਬਰ ਦੇ ਵਜੋਂ ਵੀ ਸੇਵਾ ਨਿਭਾਈ। ਉਧਰ ਅਮਰੀਕਾ ਨੇ ਵੀਰਵਾਰ ਨੂੰ ਕਥਿਤ ਮਨੁੱਖੀ ਤਸਕਰ ਆਬਿਦ ਅਲੀ ਖਾਨ ਦੇ ਬਾਰੇ ਸੂਚਨਾ ਦੇਣ ਵਾਲੇ ਨੂੰ $10 ਲੱਖ ਅਤੇ ਉਸ ਦੇ ਨੈਟਵਰਕ ਦੇ ਬਾਰੇ ਜਾਣਕਾਰੀ ਦੇਣ ਵਾਲੇ ਨੂੰ $10 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ। ਅਲੀ ਖਾਨ ਪਾਕਿਸਤਾਨੀ ਨਾਗਰਿਕ ਨੇ। ਗ੍ਰਹਿ ਵਿਭਾਗ ਨੇ ਕਿਹਾ ਕਿ ਅਲੀ ਖਾਨ ਪਾਕਿਸਤਾਨ ਤੋਂ ਤਸਕਰੀ ਦਾ ਨੈਟਵਰਕ ਚਲਾਉਂਦਾ ਹੈ ਅਤੇ ਉਹ ਬਿਨਾਂ ਦਸਤਾਵੇਜ਼ ਵਾਲੇ ਲੋਕਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਮੱਧ ਪੂਰਬ ਅਤੇ ਦੱਖਣੀ ਪੱਛਮੀ ਏਸ਼ੀਆ ਦੇ ਰਸਤੇ ਅਮਰੀਕਾ ਦੇ ਵਿੱਚ ਦਾਖਲ ਕਰਾਉਂਦਾ ਹੈ। ਵਿਭਾਗ ਨੇ ਇੱਕ ਪ੍ਰੈਸ ਇਸ਼ਤਿਹਾਰ ਦੇ ਵਿੱਚ ਇਹ ਵੀ ਕਿਹਾ ਕਿ ਅਲੀ ਖਾਨ ਪਾਕਿਸਤਾਨ ਤੋਂ ਵੱਖ-ਵੱਖ ਦੇਸ਼ਾਂ ਦੇ ਰਸਤੇ ਅਮਰੀਕਾ ਦੇ ਵਿੱਚ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ
ਘੁਸਪੈਠ ਕਰਾਉਣ ਤੇ ਇਲਾਵਾ ਵਿਦੇਸ਼ੀ ਨਾਗਰਿਕਾਂ ਨੂੰ ਯਾਤਰਾ ਦੇ ਲਈ ਫਰਜ਼ੀ ਦਸਤਾਵੇਜ਼ ਵੀ ਉਪਲਬਧ ਕਰਾਉਂਦਾ ਹੈ। ਇਸ ਦੇ ਮੁਤਾਬਕ $10 ਲੱਖ ਦਾ ਪਹਿਲਾ ਇਨਾਮ ਅਲੀ ਖਾਨ ਦੀ ਗ੍ਰਿਫਤਾਰੀ ਜਾਂ ਫਿਰ ਉਸ ਦੇ ਬਾਰੇ ਪੁਖਤਾ ਸੂਚਨਾ ਦੇਣ ਦੇ ਲਈ ਤੈਅ ਕੀਤਾ ਗਿਆ, ਜਦੋਂ ਕਿ $10 ਲੱਖ ਦਾ ਦੂਜਾ ਇਨਾਮ ਅਲੀ ਖਾਨ ਦੇ ਮਨੁੱਖੀ ਤਸਕਰੀ ਨੈਟਵਰਕ ਨੂੰ ਤਬਾਹ ਕਰਨ ਵਾਲੀ ਸੂਚਨਾ ਦੇਣ ਦੇ ਲਈ ਐਲਾਨ ਕੀਤਾ ਗਿਆ। ਉਧਰ ਪ੍ਰੀਮੀਅਰ ਡੈਕ ਫੋਰਡ ਦੇ ਵੱਲੋਂ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਦੇ ਵਿੱਚ ਉਹ ਪ੍ਰੋਵਿੰਸ ਦੇ QR ਕੋਡ ਤੇ ਵੈਰੀਫਿਕੇਸ਼ਨ ਐਪ ਦਾ ਪ੍ਰਸਾਰ ਕਰ ਸਕਦੇ ਨੇ। ਇਸ ਨਾਲ ਕਾਰੋਬਾਰਾਂ ਨੂੰ ਪ੍ਰੂਫ ਆਫ ਵੈਕਸੀਨੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਵਿੱਚ ਮਦਦ ਵੀ ਮਿਲੇਗੀ। ਇਸ ਦੌਰਾਨ ਫੋਰਡਸ ਦੇ ਨਾਲ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਅਤੇ ਚੀਫ ਮੈਡੀਕਲ ਆਫੀਸਰ ਆਫ ਡਾਕਟਰ ਕੀਰਨ ਮੂਰ ਹੋਣਗੇ। ਇਹ ਪ੍ਰੈਸ ਕਾਨਫਰੰਸ ਸਵੇਰੇ 11 ਵਜੇ ਹੋਣ ਦੀ ਸੰਭਾਵਨਾ ਹੈ। ਡਿਜੀਟਲ ਐਪ 22 ਅਕਤੂਬਰ ਨੂੰ ਭਾਵ ਇੱਕ ਹਫ਼ਤੇ ਤੱਕ ਲਾਂਚ ਕੀਤਾ ਜਾ ਸਕਦਾ ਹੈ, ਪਰ ਗੂਗਲ ਤੇ ਐਪਲ ਐਪ ਸਟੋਰ ਪਲੇਟਫਾਰਮਸ ਤੋਂ ਇਸ ਨੂੰ ਪਹਿਲਾਂ ਹੀ ਰਿਲੀਜ਼ ਕਰ ਦਿੱਤਾ ਗਿਆ ਲੱਗਦਾ ਹੈ। 22 ਅਕਤੂਬਰ ਤੱਕ ਵੈਕਸੀਨ ਸਰਟੀਫਿਕੇਟ ਦੇ ਪਹਿਲੇ ਵਰਜ਼ਨ ਤੱਕ ਪਹੁੰਚ ਦੇ ਲਈ ਪ੍ਰੋਵਿੰਸ਼ੀਅਲ ਬੁਕਿੰਗ ਪੋਰਟਲ ਦੇ ਰਾਹੀਂ ਪਰਸਨ QR ਕੋਡ, ਜਿਸ ਨੂੰ ਵੈਰੀਫਾਈ ਓਨਟਾਰੀਓ ਆਖਿਆ ਜਾਂਦਾ ਹੈ, ਉਪਲਬਧ ਹੋਵੇਗਾ। ਫੋਰਡ ਸਰਕਾਰ ਨੇ ਆਖਿਆ ਹੈ ਕਿ ਉਹ ਅਜਿਹਾ ਆਲਾ ਦਰਜ ਦਾ ਵੈਕਸੀਨ ਸਰਟੀਫਿਕੇਟ ਤਿਆਰ ਕਰੇਗੀ, ਜਿਸ ਦੇ ਵਿੱਚ ਵਿਲੱਖਣ QR ਕੋਡ ਹੋਵੇਗਾ ਅਤੇ ਉਸ ਦੇ ਨਾਲ ਹੀ ਵੈਰੀਫਿਕੇਸ਼ਨ ਐਪ ਵੀ ਸ਼ਾਮਲ ਹੋਵੇਗਾ। ਇਸ ਦੇ ਨਾਲ ਹੀ ਯੂਜ਼ਰ ਸਕੈਨ ਕੀਤੇ ਜਾਣ ਉੱਤੇ ਸੁਰੱਖਿਅਤ ਢੰਗ ਦੇ ਨਾਲ ਆਪਣੀ ਵੈਕਸੀਨੇਸ਼ਨ ਸਟੇਟਸ ਨੂੰ ਵੈਰੀਫਾਈ ਕਰ ਸਕਦੇ ਨੇ। ਇਸ ਕੋਡ ਨੂੰ ਮੋਬਾਈਲ ਡਿਵਾਈਸ ਜਿਵੇਂ ਕਿ ਐਪਲ ਵਾਲਟ ਦੇ ਵਿੱਚ ਸਟੋਰ ਕੀਤਾ ਜਾ ਸਕੇਗਾ। ਇਹ ਸਿਸਟਮ ਬ੍ਰਿਟਿਸ਼ ਕੋਲੰਬੀਆ, ਕਿਊਬਿਕ ਅਤੇ ਯੂਕੋਨ ਤੋਂ QR ਕੋਡ ਸਵੀਕਾਰ ਕਰੇਗਾ। ਇਸ ਤੋਂ ਭਾਵ ਇਹ ਹੈ ਕਿ ਇਹਨਾਂ ਪ੍ਰੋਵਿੰਸਾਂ ਦੇ ਟਰੈਵਲਰਸ ਨੂੰ ਓਨਟਾਰੀਓ ਦੇ ਉਹਨਾਂ ਅਦਾਰਿਆਂ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ ਜਿੱਥੇ ਵੈਕਸੀਨੇਸ਼ਨ ਸਟੇਟਸ ਵਿਖਾਏ ਜਾਣ ਦੀ ਸ਼ਰਤ ਹੈ। ਫੋਰਡ ਸਰਕਾਰ ਨੇ ਇਸ ਦਾ ਵੀ ਦਾਅਵਾ ਕੀਤਾ ਹੈ ਕਿ ਇਸ ਐਪ ਦੇ ਉੱਤੇ ਕਿਸ ਤਰ੍ਹਾਂ ਦੀ ਨਿੱਜੀ ਸਿਹਤ ਸੰਬੰਧੀ ਜਾਂ ਫਿਰ ਕੋਈ ਹੋਰ ਨਿੱਜੀ ਜਾਣਕਾਰੀ ਦਰਜ ਨਹੀਂ ਕੀਤੀ ਜਾਵੇਗੀ। ਉਧਰ ਡਾਲਰ ਦੀਆਂ ਦਰਜਨਾਂ ਗੱਡੀਆਂ ਬਰਾਮਦ ਕੀਤੀਆਂ ਗਈਆਂ। ਯਾਰਕ ਰੀਜਨਲ ਪੁਲਿਸ ਨੇ ਗੱਡੀਆਂ ਚੋਰੀ ਕਰਨ ਵਾਲੇ ਇੱਕ ਗਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ $1.5 ਮਿਲੀਅਨ ਦੀ ਕੀਮਤ ਵਾਲੀਆਂ 2 ਦਰਜਨ ਗੱਡੀਆਂ ਬਰਾਮਦ ਕੀਤੀਆਂ। ਇੱਕ ਰਿਲੀਜ਼ ਜਾਰੀ ਕਰਕੇ ਪੁਲਿਸ ਨੇ ਆਖਿਆ ਕਿ ਪਿਛਲੇ ਕਈ ਸਾਲਾਂ ਤੋਂ ਦੇਸ਼ ਦੇ ਡਰਾਈਵੇਜ਼ ਤੋਂ ਰਾਤ ਸਮੇਂ ਲੈਕਸਸ ਤੇ ਟੋਇਟਾ SUVs ਚੋਰੀ ਹੋਣ ਦਾ ਰੁਝਾਨ ਵਧਿਆ ਸੀ। ਪੁਲਿਸ ਨੇ ਵੀ ਆਖਿਆ ਕਿ ਇਹਨਾਂ ਗੱਡੀਆਂ ਦੀ ਹੋਰਨਾਂ ਦੇਸ਼ਾਂ ਜਿਵੇਂ ਕਿ ਨਾਰਥ ਅਫਰੀਕਾ ਦੇ ਵਿੱਚ ਮੰਗ ਕਾਫੀ ਜ਼ਿਆਦਾ ਸੀ। 6 ਵਿਅਕਤੀਆਂ ਨੂੰ ਚਾਰਜਸ ਦਾ ਸਾਹਮਣਾ ਕਰਨਾ ਹੋਵੇਗਾ। ਇਹਨਾਂ ਦੇ ਵਿੱਚੋਂ 5 ਟੋਰਾਂਟੋ ਦੇ ਨਾਲ ਸੰਬੰਧਿਤ ਨੇ ਅਤੇ ਇੱਕ ਮਿਸੀਸਾਗਾ ਦਾ ਹੈ। ਪੁਲਿਸ ਨੇ ਦੱਸਿਆ ਕਿ ਕੁੱਲ 28 ਗੱਡੀਆਂ ਬਰਾਮਦ ਕੀਤੀਆਂ ਗਈਆਂ ਨੇ, ਜਿਨ੍ਹਾਂ ਦੀ ਕੀਮਤ $1.5 ਮਿਲੀਅਨ ਤੋਂ ਵੀ ਜ਼ਿਆਦਾ ਹੈ। ਜਾਂਚਕਾਰਾਂ ਨੇ ਚੋਰਾਂ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚੋਂ ਪੇਚਕਸ ਦੇ ਨਾਲ ਗੱਡੀ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਉਹਨਾਂ ਦੇ ਵੱਲੋਂ ਇਹ ਕੰਮ ਇੰਨੀ ਸਫਾਈ ਦੇ ਨਾਲ ਕੀਤਾ ਗਿਆ ਕਿ ਗੱਡੀ ਦਾ ਅਲਾਰਮ ਵੀ ਨਹੀਂ ਵੱਜਿਆ। ਫਿਰ ਉਹਨਾਂ ਦੇ ਵੱਲੋਂ ਕਿਸੇ ਇਲੈਕਟ੍ਰੋਨਿਕ ਡਿਵਾਈਸ ਦੀ ਵਰਤੋਂ ਕਰਕੇ ਗੱਡੀ ਨੂੰ ਵੱਖਰੀ ਚਾਬੀ ਸਵੀਕਾਰਨ ਦੇ ਯੋਗ ਬਣਾ ਲਿਆ ਗਿਆ। ਇਸ ਸਾਰੀ ਪ੍ਰਕਿਰਿਆ ਦੇ ਵਿੱਚ 10 ਤੋਂ 20 ਮਿੰਟ ਦਾ ਸਮਾਂ ਲੱਗਿਆ। ਉਦੋਂ ਐਰਨ ਓਟੂਲ ਦੀ ਲੀਡਰਸ਼ਿਪ ਦੇ ਸੰਬੰਧ ਦੇ ਵਿੱਚ ਆਪਣੇ ਆਪ ਹੀ ਮੁਲਾਂਕਣ ਦੀ ਸ਼ੁਰੂਆਤ ਕਰਨ ਵਾਲੇ ਕੰਜ਼ਰਵੇਟਿਵ ਪਾਰਟੀ ਦੀ ਨੈਸ਼ਨਲ ਕਾਉਂਸਲ ਦੇ ਮੈਂਬਰ ਨੂੰ ਸਸਪੈਂਡ ਕਰ ਦਿੱਤਾ ਗਿਆ। ਬਰਚੇਨ ਓਨਟਾਰੀਓ ਤੋਂ ਨੁਮਾਇੰਦਗੀ ਵਜੋਂ ਪਾਰਟੀ ਦੀ ਨੈਸ਼ਨਲ ਕਾਉਂਸਲ ਦੇ ਵਿੱਚ ਬੈਠਦਾ ਸੀ, ਜਦੋਂ ਕਿ ਉਸਨੇ ਇਹ ਸੋਚ ਕੇ ਓਟੂਲ ਖਿਲਾਫ ਦਸਤਖਤ ਇਕੱਠੇ ਕਰਵਾਉਣ ਦੇ ਲਈ ਆਨਲਾਈਨ ਪਟੀਸ਼ਨ ਦੀ ਸ਼ੁਰੂਆਤ ਕਰਵਾ ਦਿੱਤੀ ਸੀ ਕਿ ਕਾਉਂਸਲ 2023 ਤੋਂ ਪਹਿਲਾਂ ਰਾਏਸ਼ੁਮਾਰੀ ਕਰਵਾ ਲਵੇਗੀ। ਕੰਜ਼ਰਵੇਟਿਵਾਂ ਦੀ ਚੋਣਾਂ ਦੇ ਵਿੱਚ ਹੋਈ ਹਾਰ ਦੇ 24 ਘੰਟਿਆਂ ਦੇ ਅੰਦਰ ਹੀ ਉਸਨੇ ਇਹ ਪਟੀਸ਼ਨ ਲਾਂਚ ਕਰ ਦਿੱਤੀ ਕਿ ਇਸਨੇ ਹੀ ਓਟੂਲ ਦੇ ਕਾਰਜਕਾਲ ਦੇ ਉੱਤੇ ਪਹਿਲਾ ਸਵਾਲ ਉਠਾਇਆ। ਚੈਨ ਨੇ ਆਖਿਆ ਹੈ ਕਿ ਮੈਂਬਰਾਂ ਦਾ ਇਹ ਮੰਨਣਾ ਹੈ ਕਿ ਓਟੂਲ ਨੇ ਪਾਰਟੀ ਦੀਆਂ ਕਦਰਾਂ ਕੀਮਤਾਂ ਨਾਲ ਧੋਖਾ ਕੀਤਾ ਹੈ। ਪਾਰਟੀ ਦੇ ਪ੍ਰੈਜ਼ੀਡੈਂਟ ਰੌਬ ਬੌਟਸਨ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਚੈਨ ਦੀ ਇਸ ਹਰਕਤ ਦੇ ਕਾਰਨ ਉਸ ਨੂੰ ਹਾਸਲ ਹੋਈਆਂ ਸ਼ਿਕਾਇਤਾਂ ਤੋਂ ਬਾਅਦ ਉਸ ਨੂੰ 60 ਦਿਨਾਂ ਦੇ ਲਈ ਸਸਪੈਂਡ ਕੀਤਾ ਗਿਆ ਅਤੇ ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾਵੇਗੀ। ਇੱਕ ਫੇਸਬੁੱਕ ਪੋਸਟ ਦੇ ਵਿੱਚ ਚੈਨ ਨੇ ਆਖਿਆ ਕਿ ਉਸ ਨੂੰ ਇਸ ਦੇ ਲਈ ਸਸਪੈਂਡ ਕੀਤਾ ਗਿਆ ਹੈ ਤਾਂ ਕਿ ਅਜਿਹੇ ਕੰਜ਼ਰਵੇਟਿਵ ਮੈਂਬਰਾਂ ਨੂੰ ਚੁੱਪ ਕਰਵਾਇਆ ਜਾ ਸਕੇ ਜਿਨ੍ਹਾਂ ਦਾ ਐਰਨ ਓਟੂਲ ਦੀ ਲੀਡਰਸ਼ਿਪ ਤੋਂ ਭਰੋਸਾ ਉੱਠ ਚੁੱਕਿਆ ਹੈ। ਉਧਰ ਭਾਰਤ ਦੇ ਵਿੱਚ ਵੀਰਵਾਰ ਨੂੰ ਕੋਵਿਡ-19 ਟੀਕਿਆਂ ਦੀਆਂ 27 ਲੱਖ ਤੋਂ ਜ਼ਿਆਦਾ ਖੁਰਾਕਾਂ ਨੂੰ ਦਿੱਤੀਆਂ ਜਾ ਚੁੱਕੀਆਂ ਲੋਕਾਂ ਨੂੰ। ਇਸ ਦੇ ਨਾਲ ਹੀ ਨਾਲ ਦੇਸ਼ ਭਰ ਦੇ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਖੁਰਾਕਾਂ ਦੀ ਗਿਣਤੀ 97 ਕਰੋੜ ਨੂੰ ਪਾਰ ਕਰ ਚੁੱਕੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸ਼ਾਮ 7 ਵਜੇ ਤੱਕ ਅਪਡੇਟ ਕੀਤੇ ਗਏ ਅੰਕੜੇ ਦੇ ਮੁਤਾਬਕ ਵੱਖ-ਵੱਖ ਸੂਬਿਆਂ ਦੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਕੁੱਲ 69 ਕਰੋੜ 24 ਲੱਖ 56,103 ਲੋਕਾਂ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ, ਜਦਕਿ 27 ਕਰੋੜ 86 ਲੱਖ 64,302 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ। ਕੁੱਲ ਮਿਲਾ ਕੇ 18 ਤੋਂ 44 ਉਮਰ ਵਰਗ ਦੇ ਵਿਅਕਤੀਆਂ ਨੂੰ 39 ਕਰੋੜ 10 ਲੱਖ 45,406 ਲੋਕਾਂ ਨੂੰ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਮੰਤਰਾਲੇ ਨੇ ਕਿਹਾ ਕਿ ਦੇਰ ਰਾਤ ਤੱਕ ਦਿਨ ਭਰ ਦੇ ਅੰਤਿਮ ਰਿਪੋਰਟ ਦੇ ਇਕੱਠੇ ਹੋਣ ਦੇ ਨਾਲ ਹੀ ਰੋਜ਼ਾਨਾ ਟੀਕਾਕਰਨ ਗਿਣਤੀ ਦਾ ਵਾਧਾ ਹੋਣ ਦੀ ਵੀ ਉਮੀਦ ਹੈ। ਬੁੱਧਵਾਰ ਨੂੰ ਟੀਕਿਆਂ ਦੀਆਂ 27,62,523 ਖੁਰਾਕਾਂ ਦਿੱਤੀਆਂ ਗਈਆਂ ਨੇ। ਮੰਤਰਾਲੇ ਨੇ ਰੇਖਾਂਕਿਤ ਕੀਤਾ ਹੈ ਕਿ ਦੇਸ਼ ਦੇ ਵਿੱਚ ਸਭ ਤੋਂ ਸੰਵੇਦਨਸ਼ੀਲ ਆਬਾਦੀ ਸਮੂਹਾਂ ਨੂੰ ਕੋਵਿਡ-19 ਤੋਂ ਬਚਣ ਦੇ ਲਈ ਇੱਕ ਉਪਕਰਨ ਦੇ ਤੌਰ ਤੇ ਟੀਕਾਕਰਨ ਮੁਹਿੰਮ ਦੀ ਨਿਯਮਿਤ ਤੌਰ ਤੇ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਉੱਚ ਪੱਧਰ ਤੇ ਇਸ ਦੀ ਨਿਗਰਾਨੀ ਵੀ ਕੀਤੀ ਜਾ ਰਹੀ ਹੈ।
ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ਾਂ ਦੇ ਵਿੱਚ ਭਾਰਤੀ ਪਾਸਪੋਰਟ ਦੀ ਤਾਕਤ ਨੂੰ ਵਧਾ ਦਿੱਤਾ। ਉਹਨਾਂ ਨੇ ਗੋਆ ਦੇ ਇੱਕ ਦਿਨਾਂ ਦੌਰੇ ਦੇ ਵਿੱਚ ਤਾਲੀਗਾ ਵਿਧਾਨ ਸਭਾ ਖੇਤਰ ਦੇ ਵਿੱਚ ਪਾਰਟੀ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਭਾਜਪਾ ਨੂੰ ਵਿਸ਼ਵਾਸ ਹੈ ਕਿ 2024 ਤੋਂ ਪਹਿਲਾਂ ਭਾਰਤ 5000 ਅਰਬ ਡਾਲਰ ਦੀ ਅਰਥ ਵਿਵਸਥਾ ਹੋ ਜਾਵੇਗੀ। ਸ਼ਾਹ ਨੇ ਕਿਹਾ ਕਿ ਪੂਰੀ ਦੁਨੀਆ ਦਾ ਭਾਰਤ ਪ੍ਰਤੀ ਨਜ਼ਰੀਆ ਬਦਲ ਗਿਆ। ਗੋਆ ਮਲਾਹਾਂ ਦਾ ਖੇਤਰ ਹੈ, ਉਹਨਾਂ ਨੂੰ ਪੁੱਛੋ ਪਹਿਲਾਂ ਜਦੋਂ ਉਹ ਭਾਰਤੀ ਪਾਸਪੋਰਟ ਦਿਖਾਉਂਦੇ ਸਨ ਤਾਂ ਕਿ ਪ੍ਰਤੀਕਿਰਿਆ ਹੁੰਦੀ ਸੀ ਅਤੇ ਹੁਣ ਕੀ ਪ੍ਰਤੀਕਿਰਿਆ ਹੁੰਦੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਹੁਣ ਭਾਰਤੀ ਪਾਸਪੋਰਟ ਦੇਖਣ ਤੋਂ ਬਾਅਦ ਵਿਦੇਸ਼ ਦੇ ਵਿੱਚ ਅਧਿਕਾਰੀਆਂ ਦੇ ਚਿਹਰੇ ਤੇ ਮੁਸਕਾਨ ਹੁੰਦੀ ਹੈ ਤੇ ਉਹ ਕਹਿੰਦੇ ਨੇ ਕਿ ਤੁਸੀਂ ਮੋਦੀ ਦੇ ਦੇਸ਼ ਤੋਂ ਆਏ ਹੋ। ਉਹਨਾਂ ਨੇ ਕਿਹਾ ਕਿ ਮੋਦੀ ਨੇ ਭਾਰਤੀ ਪਾਸਪੋਰਟ ਦੀ ਤਾਕਤ ਨੂੰ ਵਧਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਹ ਇੱਕ ਬਹੁਤ ਵੱਡੀ ਗੱਲ ਸੰਭਵ ਹੋਈ ਹੈ ਕਿ ਭਾਜਪਾ ਨੇ ਬਹੁਮਤ ਹਾਸਲ ਕੀਤਾ ਹੈ। ਉਹਨਾਂ ਨੇ ਗੋਆ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਸੱਤਾਧਾਰੀ ਭਾਜਪਾ ਨੂੰ ਪੂਰਨ ਬਹੁਮਤ ਦੇ ਨਾਲ ਉਹ ਜਿੱਤ ਦਿਵਾਉਣ। ਕਰੋੜਾਂ ਘਰਾਂ ਨੂੰ ਪਖਾਨੇ ਮੁਹੱਈਆ ਕਰਵਾਉਣ ਵਰਗੀਆਂ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਗਿਣਾਉਂਦਿਆਂ ਹੋਇਆਂ ਸ਼ਾਹ ਨੇ ਕਿਹਾ ਕਿ ਲੋਕਾਂ ਤੋਂ ਦੂਜਾ ਫਤਵਾ ਮੰਗਣ ਤੋਂ ਪਹਿਲਾਂ ਸਰਕਾਰ ਪਾਣੀ ਦੇਣ ਦੇ 2% ਟੀਚੇ ਨੂੰ ਹਾਸਲ ਕਰ ਲਵੇਗੀ। ਉਧਰ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਵਿੱਚ ਵੀਰਵਾਰ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦੇ ਵਿਚਾਲੇ ਐਨਕਾਊਂਟਰ ਜਾਰੀ ਹੈ। ਜ਼ਿਲ੍ਹੇ ਦੇ ਬਿੰਬਰ ਗਲੀ ਦੇ ਵਿੱਚ ਚੱਲ ਰਹੇ ਮੁਕਾਬਲੇ ਦੇ ਵਿੱਚ ਇੱਕ ਜੇਸੀਓ ਸ਼ਹੀਦ ਹੋ ਗਏ ਜਦਕਿ 2 ਨੌਜਵਾਨ ਜ਼ਖਮੀ ਹੋ ਗਏ ਨੇ। ਫੌਜ ਦੇ ਸੂਤਰਾਂ ਨੇ ਜੇਸੀਓ ਦੇ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ ਹੈ। ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦੇ ਵਿਚਾਲੇ ਸ਼ਾਮ ਤੋਂ ਹੀ ਐਨਕਾਊਂਟਰ ਜਾਰੀ ਹੈ। ਇਸ ਦੇ ਨਾਲ ਹੀ ਰਾਜੌਰੀ ਪੁੰਛ ਦੇ ਵਿੱਚ ਗੱਡੀਆਂ ਦੀ ਆਵਾਜਾਈ ਵੀ ਰੋਕ ਦਿੱਤੀ ਗਈ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਪਿਛਲੇ ਦਿਨੀ ਅੱਤਵਾਦੀ ਵਾਰਦਾਤਾਂ ਕਾਫੀ ਜ਼ਿਆਦਾ ਵੱਧ ਗਈਆਂ ਨੇ, ਜਿਸ ਤੋਂ ਬਾਅਦ ਫੌਜ ਅੱਤਵਾਦੀਆਂ ਦੇ ਖਿਲਾਫ ਆਪਰੇਸ਼ਨ ਚਲਾ ਰਹੀ ਹੈ। ਪੁੰਛ ਜ਼ਿਲ੍ਹੇ ਦੇ ਵਿੱਚ ਹਾਲ ਹੀ ਦੇ ਵਿੱਚ ਫੌਜ ਅਤੇ ਜੰਮੂ ਕਸ਼ਮੀਰ ਪੁਲਿਸ ਨੇ ਮਿਲ ਕੇ ਕਾਊਂਟਰ ਟੈਰਰਿਸਟ ਆਪਰੇਸ਼ਨ ਚਲਾਇਆ ਸੀ, ਜਿਸ ਦੇ ਵਿੱਚ 5 ਜਵਾਨ ਸ਼ਹੀਦ ਹੋ ਗਏ ਸਨ। ਅੱਤਵਾਦੀ ਐਲਓਸੀ ਪਾਰ ਕਰਕੇ ਚਮਰੇਰ ਦੇ ਜੰਗਲ ਤੱਕ ਪਹੁੰਚ ਗਏ। ਇਨਪੁਟ ਮਿਲਦੇ ਹੀ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਨੂੰ ਘੇਰ ਲਿਆ ਗਿਆ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਇਸ ਮੁਕਾਬਲੇ ਦੇ ਵਿੱਚ ਇੱਕ ਜੇਸੀਓ ਸਮੇਤ 5 ਜਵਾਨ ਸ਼ਹੀਦ ਹੋਏ। ਇਹਨਾਂ ਜਵਾਨਾਂ ਦਾ ਪੂਰਾ ਸਨਮਾਨ ਅਤੇ ਅੰਤਮ ਸੰਸਕਾਰ ਕੀਤਾ ਗਿਆ। ਹਮਲੇ ਦੇ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਵਿੱਚ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਨਾਇਕ ਮਨਦੀਪ ਸਿੰਘ, ਸਿਪਾਹੀ ਗੱਜਨ ਸਿੰਘ, ਸਰਜੀਤ ਸਿੰਘ ਅਤੇ ਵਿਸਾਖ ਐਚ ਸ਼ਾਮਲ ਸਨ। ਅੱਤਵਾਦੀਆਂ ਦੇ ਨਾਲ ਬਦਲਾ ਲੈਂਦਿਆਂ ਹੋਇਆਂ ਸਿਰਫ 24 ਘੰਟੇ ਦੇ ਅੰਦਰ ਹੀ ਸੁਰੱਖਿਆ ਬਲਾਂ ਨੇ 6 ਆਤੰਕਵਾਦੀਆਂ ਨੂੰ ਢੇਰ ਕਰ ਦਿੱਤਾ। ਇਹਨਾਂ ਦੇ ਵਿੱਚੋਂ ਕੁਝ ਅੱਤਵਾਦੀ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਦੇ ਵਿੱਚ ਵੀ ਸ਼ਾਮਲ ਸਨ। ਅਨੰਤਨਾਗ ਦੇ ਵਿੱਚ ਫੌਜ ਨੇ ਇੱਕ ਆਤੰਕਵਾਦੀ ਨੂੰ ਮਾਰ ਗਿਰਾਇਆ ਜਦਕਿ ਬਾਂਦੀਪੁਰਾ ਦੇ ਵਿੱਚ ਵੀ ਇੱਕ ਆਤੰਕਵਾਦੀ ਨੂੰ ਢੇਰ ਕਰ ਦਿੱਤਾ ਗਿਆ। ਉੱਥੇ ਹੀ ਸ਼ੋਪੀਆ ਦੇ ਵਿੱਚ ਕੁੱਲ 4 ਆਤੰਕਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਆਪਣੀ ਗੱਲ ਤੇ ਪੈਰਾ ਦੇਣ ਦੇ ਲਈ ਜਾਂ ਫਿਰ ਵੱਡੇ ਤੋਂ ਵੱਡੇ ਅਹੁਦੇ ਨੂੰ ਠੋਕਰ ਮਾਰਨ ਦੇ ਲਈ ਰਤੀ ਭਰ ਵੀ ਦੇਰ ਨਹੀਂ ਲਗਾਉਂਦੇ। ਉਹ ਜਿਨ੍ਹਾਂ ਮੁੱਦਿਆਂ ਤੇ ਪਹਿਲਾਂ ਖੜੇ ਸਨ, ਉਹ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਤਖਤਾ ਪਲਟ ਜਾਣ ਤੋਂ ਬਾਅਦ ਨਵੀਂ ਬਣੀ ਚੰਨੀ ਸਰਕਾਰ ਦੇ ਵਿੱਚ ਵੀ ਪਿਛਲੇ ਮੁੱਦੇ ਹੱਲ ਹੋਣ ਦੀ ਬਜਾਏ ਜਿਉਂ ਦੇ ਤਿਉਂ ਰਹਿਣ ਤੇ ਆਪਣੇ ਅਹੁਦੇ ਤੋਂ ਅਸਤੀਫਾ ਅਤੇ ਆਪਣਾ ਵੱਡਾ ਸਿਆਸੀ ਨੁਕਸਾਨ ਕਰਵਾਉਣ ਦੇ ਵਿੱਚ ਮੋਹਰੀ ਰਹੇ ਨੇ। ਪੰਜਾਬ ਦੇ ਵਿੱਚ ਸਿੱਧੂ ਦੇ ਸਟੈਂਡ ਨੂੰ ਲੈ ਕੇ ਉਸ ਨੂੰ ਚਾਹਣ ਵਾਲੇ ਅਤੇ ਉਸ ਦੇ ਦੀਵਾਨਿਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਹਨਾਂ ਦਾ ਨੇਤਾ ਅੱਜ ਵੀ ਸਿਆਸੀ ਤੌਰ ਤੇ ਡਾਂਗ ਲੈ ਕੇ ਪੈਰਾ ਦੇ ਰਿਹਾ ਹੈ। ਤਾਂ ਅੰਦਾਜ਼ਾ ਹੈ ਕਿ ਅੱਜ ਦੀ ਤਾਰੀਖ ਦੇ ਵਿੱਚ ਕੋਈ ਵੀ ਵਿਅਕਤੀ ਪਿੰਡ ਦੀ ਸਰਪੰਚੀ ਛੱਡਣ ਨੂੰ ਤਿਆਰ ਨਹੀਂ ਹੈ, ਪਰ ਸਿੱਧੂ ਨੇ 2019 ਦੇ ਵਿੱਚ ਕੈਬਨਿਟ ਮੰਤਰੀ ਦੀ ਕੁਰਸੀ ਅਤੇ ਹੁਣ ਕਾਂਗਰਸ ਪ੍ਰਧਾਨ ਦੀ ਕੁਰਸੀ ਇਸ ਗੱਲ ਤੇ ਛੱਡ ਦਿੱਤੀ ਕਿ ਉਹ ਪੰਜਾਬ ਦੇ ਮੁੱਦਿਆਂ ਤੇ ਕਿਸੇ ਕੀਮਤ ਤੇ ਸਮਝੌਤਾ ਨਹੀਂ ਕਰੇਗਾ। ਜਿਹੜੇ ਮੁੱਦਿਆਂ ਨੂੰ ਲੈ ਕੇ ਜਿਵੇਂ ਕਿ ਨਸ਼ਾ, ਬਰਗਾੜੀ ਅਤੇ ਮੁੱਦਿਆਂ ਤੇ ਅਜੇ ਵੀ ਬੇਇੱਜ਼ਤ ਨੇ। ਸਿਆਸੀ ਮਾਹਰਾਂ ਨੇ ਸਿੱਧੂ ਬਾਰੇ ਆਪਣੀ ਦੋ ਤਰਫੀ ਗੱਲ ਕਰਦਿਆਂ ਹੋਇਆਂ ਕਿਹਾ ਕਿ ਸਿੱਧੂ ਨੇ ਭਾਵੇਂ ਆਪਣਾ ਨਿੱਜੀ ਤੌਰ ਤੇ ਸਿਆਸੀ ਨੁਕਸਾਨ ਤਾਂ ਵੱਡਾ ਕਰਵਾ ਲਿਆ, ਪਰ ਲੋਕਾਂ ਦੇ ਵਿੱਚ ਸ਼ਾਨ ਜ਼ਰੂਰ ਵਧਾ ਲਈ ਹੈ, ਕਿਉਂਕਿ ਇਸ ਤਰ੍ਹਾਂ ਸਿਆਸੀ ਖੇਤਰ ਦੇ ਵਿੱਚ ਮਨੁੱਖ ਵਿਰਲੇ ਹੀ ਪੈਦਾ ਹੁੰਦੇ ਨੇ। ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਯਾਨੀ ਕਿ ਅੱਜ ਵਿਜੈਦਸ਼ਮੀ ਦੇ ਮੌਕੇ ਤੇ 7 ਨਵੀਆਂ ਰੱਖਿਆ ਕੰਪਨੀਆਂ ਦੇਸ਼ ਨੂੰ ਸੌਂਪ ਸਕਦੇ ਨੇ, ਪਰ ਆਰਡੀਨੈਂਸ ਫੈਕਟਰੀ ਬੋਰਡ ਦੇ ਕਰਮਚਾਰੀ ਇਸ ਦਾ ਬਾਈਕਾਟ ਕਰਨਗੇ। ਉਹਨਾਂ ਦਾ ਮੰਨਣਾ ਹੈ ਕਿ 220 ਸਾਲ ਪੁਰਾਣੇ ਆਰਡੀਨੈਂਸ ਫੈਕਟਰੀ ਬੋਰਡ ਨੂੰ ਖਤਮ ਕਰਕੇ ਸਰਕਾਰ ਨੇ ਜੋ ਨਵੀਆਂ ਕੰਪਨੀਆਂ ਬਣਾਈਆਂ ਨੇ ਉਹ ਨਾ ਤਾਂ ਦੇਸ਼ ਦੇ ਹਿੱਤ ਦੇ ਵਿੱਚ ਨੇ ਤੇ ਨਾ ਹੀ ਕਰਮਚਾਰੀਆਂ ਦੇ ਹਿੱਤ ਵਿੱਚ ਨੇ। ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ 7 DPSCU ਨੂੰ ਦੇਸ਼ ਨੂੰ ਸੌਂਪਣ ਦੀ ਗੱਲ ਕੀਤੀ ਗਈ ਹੈ, ਉਹਨਾਂ ਦੇ ਵਿੱਚ ਪਹਿਲਾਂ 74,000 ਕਰਮਚਾਰੀ ਕੰਮ ਕਰ ਰਹੇ ਨੇ। ਇਹਨਾਂ ਨਹੀਂ, ਫੌਜ ਅਤੇ ਦੇਸ਼ ਨੂੰ ਸਮਰਪਿਤ ਇਹ ਕਰਮਚਾਰੀ ਹੁਣ ਆਪਣੇ ਅਧਿਕਾਰਾਂ ਦੇ ਲਈ ਵੀ ਲੜ ਰਹੇ ਨੇ, ਪਰ ਹੁਣ ਅੰਦੋਲਨ ਕਰਨ ਦੇ ਯੋਗ ਨਹੀਂ ਹਾਂ। ਜਦੋਂ ਪ੍ਰਧਾਨ ਮੰਤਰੀ ਸ਼ੁੱਕਰਵਾਰ ਨੂੰ 12:10 ਤੇ ਇਹ 7 DPSUS ਰਾਸ਼ਟਰ ਨੂੰ ਸਮਰਪਿਤ ਕਰਨਗੇ ਤਾਂ ਇਹ ਕਰਮਚਾਰੀ ਰੋਸ ਪ੍ਰਦਰਸ਼ਨ ਕਰਨਗੇ। ਆਲ ਇੰਡੀਆ ਡਿਫੈਂਸ ਕਰਮਚਾਰੀ ਫੈਡਰੇਸ਼ਨ ਦਾ ਵੀ ਕਹਿਣਾ ਹੈ ਕਿ ਦੇਸ਼ ਭਰ ਦੇ ਵਿੱਚ 41 ਆਰਡੀਨੈਂਸ ਫੈਕਟਰੀ ਬੋਰਡ ਦੇ ਕਰਮਚਾਰੀ ਕਿਸੇ ਵੀ ਸਰਕਾਰੀ ਪ੍ਰੋਗਰਾਮ ਦੇ ਵਿੱਚ ਹਿੱਸਾ ਨਹੀਂ ਲੈਣਗੇ। AIDEF ਦੇ ਜਨਰਲ ਸਕੱਤਰ ਸ਼੍ਰੀ ਕੁਮਾਰ ਨੇ ਕਿਹਾ ਕਿ ਇਸ ਤੋਂ ਵੱਡਾ ਤਮਾਸ਼ਾ ਕੁਝ ਹੋਰ ਨਹੀਂ ਹੋ ਸਕਦਾ। ਸਾਡੀ ਸਾਲਾ ਪੁਰਾਣੀ ਕੰਪਨੀ ਨੂੰ ਮੁੜ ਸਮਰਪਿਤ ਕਰ ਰਹੇ ਹਾਂ। ਰੱਖਿਆ ਮੰਤਰਾਲੇ ਨੇ 28 ਸਤੰਬਰ ਨੂੰ ਇੱਕ ਆਦੇਸ਼ ਜਾਰੀ ਕਰਦਿਆਂ ਹੋਇਆਂ ਕਿਹਾ ਕਿ 1 ਅਕਤੂਬਰ ਤੋਂ ਆਰਡੀਨੈਂਸ ਫੈਕਟਰੀ ਬੋਰਡ ਨੂੰ ਖਤਮ ਕਰ ਦਿੱਤਾ ਜਾਵੇਗਾ ਤੇ 7 ਨਵੀਆਂ ਕੰਪਨੀਆਂ ਬਣਾਈਆਂ ਜਾਣਗੀਆਂ। ਹੁਣ ਮਜ਼ਦੂਰ ਫੈਕਟਰੀਆਂ ਦੇ ਵਿੱਚ ਹੜਤਾਲ ਨਹੀਂ ਕਰ ਸਕਦੇ, ਨਾ ਹੀ ਕਿਸੇ ਨੂੰ ਉਕਸਾ ਸਕਦੇ ਆ। ਅਜਿਹਾ ਕਰਨ ਤੇ ਜੇਲ੍ਹ ਦੇ ਨਾਲ-ਨਾਲ ਜੁਰਮਾਨਾ ਵੀ ਹੋ ਸਕਦਾ ਹੈ। ਹਾਲਾਂਕਿ ਇਹਨਾਂ ਦੋਵਾਂ ਟ੍ਰੇਡ ਯੂਨੀਅਨਾਂ ਨੇ ਸਰਕਾਰ ਦੇ ਆਰਡੀਨੈਂਸ ਫੈਕਟਰੀ ਬੋਰਡ ਨੂੰ ਖਤਮ ਕਰਕੇ 7 ਕਾਰਪੋਰੇਸ਼ਨਾਂ ਦੇ ਗਠਨ ਦੇ ਵਿਰੁੱਧ ਹਾਈ ਕੋਰਟ ਤੋਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਫੌਜ ਦੇ ਲਈ ਵਰਦੀਆਂ ਤੋਂ ਲੈ ਕੇ ਹਥਿਆਰ, ਗੋਲਾ ਬਾਰੂਦ, ਤੋਪਾਂ ਤੇ ਮਿਜ਼ਾਈਲਾਂ ਬਣਾਉਣ ਵਾਲੇ ਕਾਰਖਾਨਿਆਂ ਦੇ ਕਾਮੇ ਨਾ ਸਿਰਫ ਸਰਕਾਰ ਵਿਰੁੱਧ ਗੁੱਸੇ ਹਨ, ਬਲਕਿ ਗੁੱਸੇ ਦੇ ਵਿੱਚ ਹਨ।
ਉਧਰ ਪੰਜਾਬ ਸਰਕਾਰ ਦੇ ਵੱਲੋਂ ਬਾਰੀ ਰਾਜਾ ਤੋਂ ਪੰਜਾਬ ਦੇ ਵਿੱਚ ਫਸਲ ਲਿਆ ਕੇ ਵੇਚਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਲਈ ਪੁਲਿਸ ਤੋਂ ਸਖਤ ਹਦਾਇਤਾਂ ਵੀ ਜਾਰੀ ਕੀਤੀਆਂ ਜਾ ਚੁੱਕੀਆਂ ਨੇ। ਪਰ ਇਸ ਆਦੇਸ਼ ਤੋਂ ਬਾਅਦ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਤੇ ਵਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣਾ ਜ਼ਿਲ੍ਹਾ ਰੋਪੜ ਦੇ ਕਿਸਾਨਾਂ ਦੇ ਵਿੱਚ ਹੁਣ ਰੇੜਕਾ ਪੈਣਾ ਸ਼ੁਰੂ ਹੋ ਗਿਆ। ਰੋਪੜ ਪੁਲਿਸ ਦੇ ਵੱਲੋਂ ਹਿਮਾਚਲ ਪ੍ਰਦੇਸ਼ ਤੋਂ ਝੋਨਾ ਪੰਜਾਬ ਦੇ ਵਿੱਚ ਲਿਆਉਣ ਦੇ ਦੋਸ਼ਾਂ ਤਹਿਤ ਇੱਕ ਨਾਬਾਲਗ ਲੜਕੇ ਤੇ ਕੇਸ ਦਰਜ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਕਿਸਾਨ ਭੜਕੇ ਹੋਏ ਦਿਖਾਈ ਦਿੱਤੇ। ਅੱਜ ਰੋਪੜ ਦੇ ਮਿੰਨੀ ਸਕੱਤਰੇਤ ਵਿਖੇ ਇਕੱਠੇ ਹੋਏ ਕਿਸਾਨਾਂ ਨੇ ਕਿਹਾ ਕਿ ਪੁਲਿਸ ਨੇ ਬਿਨਾਂ ਕਈ ਜਾਂਚ ਕੀਤੇ ਇਹ ਝੂਠਾ ਮਾਮਲਾ ਦਰਜ ਕਰ ਦਿੱਤਾ ਹੈ, ਜਦਕਿ ਕਿਸਾਨਾਂ ਨੇ ਕਿਸਾਨ ਯੂਨੀਅਨ ਦੇ ਇੱਕ ਆਗੂ ਵੱਲੋਂ ਇਸ ਮਾਮਲੇ ਦੇ ਵਿੱਚ ਸਹੀ ਰੋਲ ਨਹੀਂ ਨਿਭਾਉਣ ਦੇ ਦੋਸ਼ ਵੀ ਲਗਾਏ, ਜਿਸ ਦੇ ਚੱਲਦੇ ਅੱਜ ਸਕੱਤਰੇਤ ਵਿਖੇ ਕਿਸਾਨ ਇਸ ਆਗੂ ਦੇ ਨਾਲ ਉਲਝਦੇ ਹੋਏ ਵੀ ਦਿਖਾਈ ਦਿੱਤੇ। ਕਿਸਾਨਾਂ ਨੇ ਕਿਹਾ ਕਿ ਫਸਲ ਪੰਜਾਬ ਦੀ ਜ਼ਮੀਨ ਤੋਂ ਹੀ ਮੰਡੀ ਦੇ ਵਿੱਚ ਲਿਆਂਦੀ ਗਈ ਹੈ, ਜਦਕਿ ਪੁਲਿਸ ਨੇ ਕੇਵਲ ਟਰੈਕਟਰ ਚਾਲਕ ਦਾ ਆਧਾਰ ਕਾਰਡ ਹਿਮਾਚਲ ਪ੍ਰਦੇਸ਼ ਦਾ ਬਣਿਆ ਦੇਖ ਉਸ ਨੂੰ ਦੋਸ਼ ਠਹਿਰਾ ਦਿੱਤਾ ਅਤੇ ਨਾਬਾਲਗ ਲੜਕੇ ਤੇ ਕੇਸ ਦਰਜ ਕਰਕੇ ਉਸ ਨੂੰ ਜੁਆਇਲਾਈਨ ਜੇਲ੍ਹ ਹੁਸ਼ਿਆਰਪੁਰ ਦੇ ਵਿੱਚ ਭੇਜ ਦਿੱਤਾ। ਕਿਸਾਨਾਂ ਨੇ ਕਿਹਾ ਕਿ ਪੁਲਿਸ ਅਤੇ ਕਿਸਾਨ ਯੂਨੀਅਨ ਦੇ ਆਗੂ ਨੇ ਕੇਸ ਦਰਜ ਕਰਨ ਤੋਂ ਪਹਿਲਾਂ ਜ਼ਮੀਨ ਦੀਆਂ ਫਰਦਾਂ ਤੱਕ ਵੀ ਨਹੀਂ ਦੇਖੀਆਂ। ਉਧਰ ਕਿਸਾਨ ਯੂਨੀਅਨ ਦੇ ਆਗੂ ਨੇ ਆਪਣੇ ਤੇ ਲੱਗ ਰਹੇ ਦੋਸ਼ਾਂ ਨੂੰ ਨਕਾਰਦੇ ਹੋਇਆਂ ਕਿਹਾ ਕਿ ਪੁਲਿਸ ਨੇ ਬਿਨਾਂ ਜਾਂਚ ਕੀਤੇ ਜਲਦਬਾਜ਼ੀ ਦੇ ਵਿੱਚ ਇਹ ਕੇਸ ਦਰਜ ਕਰ ਦਿੱਤਾ, ਜਦਕਿ ਫਸਲ ਪੰਜਾਬ ਦੀ ਹੀ ਸੀ। ਉਹਨਾਂ ਨੇ ਕਿਹਾ ਕਿ ਇਹ ਕੇਸ ਰੱਦ ਹੋਣਾ ਚਾਹੀਦਾ ਹੈ। ਉਧਰ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਮੇਤ 3 ਸਰਹੱਦੀ ਰਾਜਾਂ ਦੇ ਵਿੱਚ BSF ਦਾ ਦਾਇਰਾ ਵਧਾਉਣ ਦੇ ਮਾਮਲੇ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ। ਉਹਨਾਂ ਨੇ ਕਿਹਾ ਕਿ ਕੇਂਦਰ ਨੂੰ ਅਜਿਹਾ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਜਿਸ ਦੇ ਨਾਲ ਸੂਬਿਆਂ ਦੇ ਅਧਿਕਾਰ ਸੀਮਤ ਹੋ ਜਾਣ। ਦਮਦਮਾ ਸਾਹਿਬ ਵਿਖੇ ਆਪਣੀ ਰਿਹਾਇਸ਼ ਤੇ ਗੱਲਬਾਤ ਦੇ ਦੌਰਾਨ ਸਿੰਘ ਸਾਹਿਬ ਨੇ ਕਿਹਾ ਕਿ ਭਾਰਤ ਦੀ ਮਜ਼ਬੂਤੀ ਰਾਜਾ ਜਾਂ ਫਿਰ ਸੰਘੀ ਢਾਂਚੇ ਦੀ ਮਜ਼ਬੂਤੀ ਦੇ ਨਾਲ ਹੀ ਹੈ। ਜਿੰਨਾ ਸੰਘੀ ਢਾਂਚਾ ਮਜ਼ਬੂਤ ਹੋਵੇਗਾ, ਭਾਰਤ ਦੇਸ਼ ਵੀ ਉਨਾ ਹੀ ਮਜ਼ਬੂਤ ਹੋਵੇਗਾ। ਉਹਨਾਂ ਨੇ ਕਿਹਾ ਕਿ ਅਜਿਹਾ ਕੋਈ ਫੈਸਲਾ ਨਹੀਂ ਲਾਗੂ ਕਰਨਾ ਚਾਹੀਦਾ ਜੋ ਕਿ ਰਾਜ ਦੇ ਅਧਿਕਾਰਾਂ ਤੇ ਛਾਪਾ ਮਾਰਦਾ ਹੋਵੇ ਜਾਂ ਫਿਰ ਰਾਜ ਦੇ ਅਧਿਕਾਰਾਂ ਨੂੰ ਸੀਮਿਤ ਕਰਦਾ ਹੋਵੇ। ਉਹਨਾਂ ਨੇ ਰਾਜਾਂ ਦੇ ਅਧਿਕਾਰਾਂ ਨੂੰ ਸੀਮਿਤ ਕਰਨਾ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਦੇ ਤੁਲ ਦੱਸਦਿਆਂ ਹੋਇਆਂ ਕਿਹਾ ਕਿ ਸੰਘੀ ਢਾਂਚੇ ਦੀ ਕਮਜ਼ੋਰੀ ਦੇ ਨਾਲ ਦੇਸ਼ ਵੀ ਕਮਜ਼ੋਰ ਹੋਵੇਗਾ। ਇਸ ਲਈ ਕੇਂਦਰ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਇੱਕ ਹੋਰ ਸਵਾਲ ਦੇ ਜਵਾਬ ਦੇ ਵਿੱਚ ਵੀ ਸਿੰਘ ਸਾਹਿਬ ਨੇ ਕਰੋਨਾ ਮਹਾਮਾਰੀ ਦਾ ਦੌਰ ਲੰਘ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਦੇ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲੰਗਰ ਨਾ ਖੋਲ੍ਹਣ ਦੇ ਫੈਸਲੇ ਤੇ ਨਿਰਾਸ਼ਾ ਵੀ ਪ੍ਰਗਟ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੂੰ ਸਿੱਖ ਭਾਵਨਾਵਾਂ ਦੇ ਨਾਲ ਥੋੜਾ ਬਹੁਤ ਵੀ ਸਰੋਕਾਰ ਹੈ ਤਾਂ ਘੱਟੋ ਘੱਟ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 19 ਨਵੰਬਰ ਤੋਂ ਪਹਿਲਾਂ ਲੰਗਾ ਖੋਲੇ ਤਾਂ ਕਿ ਉਸ ਦਿਨ ਸਿੱਖ ਸ਼੍ਰੀ ਕਰਤਾਰਪੁਰ ਸਾਹਿਬ ਪੁੱਜ ਕੇ ਅਰਦਾਸ ਕਰ ਸਕਣ। ਉਧਰ ਤਿੰਨਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ 10 ਮਹੀਨਿਆਂ ਤੋਂ ਜਾਰੀ ਕਿਸਾਨਾਂ ਦੇ ਧਰਨਾ ਪ੍ਰਦਰਸ਼ਨ ਦੌਰਾਨ ਦਿੱਲੀ ਹਰਿਆਣਾ ਤੇ ਸਿੰਘੂ ਬਾਰਡਰ ਤੇ ਇੱਕ ਹੋਰ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਨੌਜਵਾਨ ਦੀ ਪਹਿਲਾਂ ਤਾਂ ਬੇਰਹਿਮੀ ਦੇ ਨਾਲ ਹੱਤਿਆ ਕੀਤੀ ਗਈ, ਫਿਰ ਉਸ ਦੇ ਹੱਥ ਵੱਢ ਕੇ ਬੈਰੀਗੇਡ ਦੇ ਨਾਲ ਲਟਕਾ ਦਿੱਤੇ ਗਏ। ਇਸ ਬਾਰੇ ਸ਼ੁੱਕਰਵਾਰ ਸਵੇਰ ਤੋਂ ਹੀ ਕਈ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਸਾਫ਼ ਵੇਖਿਆ ਜਾ ਰਿਹਾ ਹੈ ਕਿ ਸਿੰਘੂ ਬਾਰਡਰ ਤੇ ਇੱਕ ਨੌਜਵਾਨ ਨੇ ਦੋਵਾਂ ਹੱਥਾਂ ਨੂੰ ਬੰਨ੍ਹ ਕੇ ਲਟਕਾਇਆ ਹੋਇਆ ਹੈ ਅਤੇ ਇਸ ਨੌਜਵਾਨ ਦੀ ਮੌਤ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਉੱਥੇ ਹੀ ਹੱਤਿਆ ਦਾ ਦੋਸ਼ ਨਿਹੰਗਾ ਤੇ ਹੈ, ਪਰ ਸਥਾਨਕ ਪੁਲਿਸ ਨੇ ਅਧਿਕਾਰੀ ਇਸ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਜਾਣਕਾਰੀ ਦੇ ਮੁਤਾਬਕ ਵੀਰਵਾਰ ਰਾਤ ਨੂੰ ਦਿੱਲੀ ਹਰਿਆਣਾ ਦੇ ਸਿੰਘੂ ਬਾਰਡਰ ਤੇ ਕੁਝ ਲੋਕਾਂ ਨੇ ਇੱਕ ਅਣਜਾਣ ਵਿਅਕਤੀ ਦਾ ਸੱਜਾ ਹੱਥ ਵੱਢ ਕੇ ਮਾਰ ਦਿੱਤਾ। ਇਸ ਤੋਂ ਬਾਅਦ ਲਾਸ਼ ਕਿਸਾਨਾਂ ਦੇ ਧਰਨੇ ਵਾਲੀ ਥਾਂ ਤੇ ਲਿਜਾ ਕੇ ਬੈਰੀਗੇਡ ਦੇ ਨਾਲ ਲਟਕਾ ਦਿੱਤੀ। ਜਾਨ ਗਵਾਉਣ ਵਾਲੇ ਇਸ ਵਿਅਕਤੀ ਦੀ ਫਿਲਹਾਲ ਸ਼ਨਾਖਤ ਨਹੀਂ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਨੌਜਵਾਨ ਦੀ ਹੱਤਿਆ ਵੀਰਵਾਰ ਰਾਤ ਨੂੰ ਹੀ ਕੀਤੀ ਗਈ ਸੀ। ਉਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ 5:30 ਵਜੇ ਸੰਯੁਕਤ ਕਿਸਾਨ ਮੋਰਚੇ ਦੀ ਮੁੱਖ ਸਟੇਜ ਨੇੜੇ ਕਰੀਬ 100 ਮੀਟਰ ਘਸੀਟ ਕੇ ਨਿਹੰਗਾ ਦੇ ਟਿਕਾਣੇ ਯਾਨੀ ਕਿ ਫੋਰਡ ਏਜੰਸੀ ਦੇ ਕੋਲ ਲਾਸ਼ ਲਿਆਂਦੀ ਗਈ। ਇਸ ਤੋਂ ਬਾਅਦ ਸਵੇਰੇ 6 ਵਜੇ ਲਾਸ਼ ਲਟਕਾਈ ਗਈ ਤਾਂ ਜੋ ਲੋਕ ਦੇਖ ਸਕਣ। ਦੱਸਿਆ ਜਾ ਰਿਹਾ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੀ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਕੈਨੇਡੀਅਨ ਸਾਥ ਦੇ ਨਾਲ।